Hello everyone, this is Kiran Matharu, your online teacher. First of all, I welcome you all on your own YouTube channel, Your Classroom at Home. I really wanted to thank you all for watching our video lessons. As you know, we have already completed our syllabus up to August. So for this, you have to subscribe our YouTube channel and press the bell icon so that you can get all the notifications of coming videos. Once again, thank you so much. हाँ जी स्टूडेंट्स, जिस तरह तुहानू पता है कि आपां अज तो अपने SST दे क्वेश्चन आंसर स्टार्ट कर रहे हैं, इंपॉर्टेंट क्वेश्चनस, ठीक है। तो नाल नाल आपां इनू एक्सप्लेन भी करांगे ये सारियां जिहड़ियां टर्म्स हैगियां, ठीक है। सो चलो अज आपां स्टार्ट करते हैं अपना लैसन नंबर 1 साधन किस्मां अते साम संभाल चैप्टर दे विचों शॉर्ट क्वेश्चनस, ऑब्जैक्टिव टाइप क्वेश्चनस, ठीक है। सो फर्स्ट क्वेश्चन हैगा मनुख नूं ਵੱਖ-ਵੱਖ ਕੰਮਾਂ ਵਿੱਚ ਸ਼ਕਤੀ ਦੀ ਲੋੜ ਹੁੰਦੀ ਹੈ, ਜਿਵੇਂ ਖਾਣਾ ਬਣਾਉਣ ਲਈ ਅੱਗ, ਪੱਖਾ ਚਲਾਉਣ ਲਈ ਬਿਜਲੀ ਆਦਿ। ਅਜਿਹੇ ਸ਼ਕਤੀ ਵਾਲੇ ਸਾਧਨਾਂ ਨੂੰ ਕੀ ਆਖਦੇ ਹਨ, ਠੀਕ ਹੈ। ਹੁਣ ਆਪਾਂ ਨੂੰ ਪਤਾ ਕਿ ਆਪਾਂ ਹਰੇਕ ਕੰਮ ਜੋ ਵੀ ਕਰਦੇ ਹਾਂ ਆਪਾਂ ਇੱਕ ਸ਼ਕਤੀ ਦੇ ਨਾਲ ਹੀ ਕਰਦੇ, ਇੱਕ એનર્ਜੀ ਦੇ ਨਾਲ ਹੀ ਕਰਦੇ ਹਾਂ, ਠੀਕ ਹੈ। ਸੋ ਇਹ ਜਿਹੜੇ ਸਾਧਨ ਹੁੰਦੇ ਜਿਹੜੇ ਆਪਾਂ ਨੂੰ ਸ਼ਕਤੀ ਦਿੰਦੇ ਆ, એનર્ਜੀ ਦਿੰਦੇ ਆ, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਹਾਂਜੀ, ਇਹਦਾ ਆਨਸਰ ਕੀ ਹੈਗਾ? ਊਰਜਾ ਸਾਧਨ। ਹੁਣ ਆਪਾਂ ਪਹਿਲਾਂ ਇਹ ਦੇਖਦੇ ਹਾਂ ਕਿ ਊਰਜਾ ਸਾਧਨ ਹੁੰਦੇ ਕੀ ਹੈ। ਹਾਂਜੀ, ਊਰਜਾ ਦੇ ਸਾਧਨ એનર્ਜੀ ਰਿਸੋਰਸਿਸ, ਠੀਕ ਹੈ। ਹਾਂਜੀ, ਹੁਣ ਮਨੁੱਖ ਨੂੰ ਅਲੱਗ-ਅਲੱਗ ਕੰਮ ਕਰਨ ਦੇ ਲਈ ਜਿਹੜੇ ਸ਼ਕਤੀ ਪ੍ਰਦਾਨ ਕਰਦੇ ਆ ਸਾਧਨ, ਉਹਨਾਂ ਨੂੰ ਹੀ ਆਪਾਂ ਕੀ ਕਹਿ ਦਿੰਦੇ ਆ? ਊਰਜਾ ਦੇ ਸਾਧਨ, ਠੀਕ ਹੈ। ਮਨੁੱਖ ਨੂੰ ਘਰ ਦੇ ਚੁੱਲ੍ਹੇ ਤੋਂ ਲੈ ਕੇ ਵੱਡੇ ਉਦਯੋਗਾਂ ਨੂੰ ਚਲਾਉਣ ਦੇ ਲਈ ਹਰੇਕ ਕੰਮ ਦੇ ਲਈ ਊਰਜਾ ਦੀ ਜ਼ਰੂਰਤ ਹੁੰਦੀ ਆ, ਹੈ ਨਾ। ਊਰਜਾ ਦੇ ਵੀ ਕਈ ਸਾਧਨ ਆ ਜਿਨ੍ਹਾਂ ਦੀ ਵਰਤੋਂ ਮਨੁੱਖ ਬਹੁਤ ਸਮੇਂ ਤੋਂ ਕਰਦਾ ਰਿਹਾ, ਅਤੇ ਇਹਨਾਂ ਦੇ ਵਿੱਚ ਇਹ ਜਿਹੜੇ ਸਾਧਨ ਆ ਕਿਹੜੇ-ਕਿਹੜੇ ਆ? ਇਹ ਕੋਲਾ, ਤੇਲ, ਕੁਦਰਤੀ ਗੈਸ ਅਤੇ ਬਿਜਲੀ ਆਦਿ, ਠੀਕ ਹੈ। ਆਹ ਸਾਰੇ ਯਾਦ ਰੱਖ ਲੈਣੇ ਆ, ਇਹ ਸਾਰੇ ਊਰਜਾ ਦੇ ਸਾਧਨ ਆ, ਠੀਕ ਹੈ। ਕੋਲਾ, ਤੇਲ, ਕੁਦਰਤੀ ਗੈਸ ਅਤੇ ਬਿਜਲੀ, ਅਤੇ ਇਹਨਾਂ ਨੂੰ ਹੀ ਅਸੀਂ ਊਰਜਾ ਦੇ ਰਵਾਇਤੀ ਸਾਧਨ ਕਹਿ ਦਿੰਦੇ ਹਾਂ, ਕਨਵੈਨਸ਼ਨਲ ਸੋਰਸਿਸ ਆਫ ਐਨਰਜੀ, ਠੀਕ ਹੈ, ਜਿਹੜੇ ਕਿ ਪਹਿਲਾਂ ਦੇ ਚੱਲਦੇ ਆ ਰਹੇ ਆ। ਦੂਜੇ ਪਾਸੇ ਮਨੁੱਖ ਹੁਣ ਹੋਰ ਸਾਧਨਾਂ ਦੀ ਵੀ ਵਰਤੋਂ ਕਰਨ ਲੱਗਾ ਹੈ ਜਾਂ ਲਗਾਤਾਰ ਉਹਨਾਂ ਦੀ ਭਾਲ ਦੇ ਵਿੱਚ ਜੁਟਿਆ ਹੋਇਆ, ਠੀਕ ਹੈ। ਹੁਣ ਉਹ ਨਵੇਂ ਇੱਕ ਜਿਹੜੇ ਸਾਧਨ ਆ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ 'ਚ ਵੀ ਲੱਗਿਆ ਹੋਇਆ। ਇਹ ਸਾਧਨ ਹੁਣ ਨਵੇਂ ਸਾਧਨ ਜਿਹੜੇ ਹੈਗੇ ਕਿਹੜੇ-ਕਿਹੜੇ ਹੈਗੇ ਆ? ਇਹ ਸ਼ਕਤੀ ਸਾਧਨ ਸਸਤੇ, ਨਵੇਂ, ਦੁਬਾਰਾ ਪੈਦਾ ਹੋ ਸਕਣ ਵਾਲੇ ਅਤੇ ਪ੍ਰਦੂਸ਼ਣ ਰਹਿਤ ਹੋਣ ਦੇ ਕਾਰਨ ਗੁਣਾਂ ਨਾਲ ਭਰਪੂਰ ਆ, ਠੀਕ ਹੈ। ਹੁਣ ਜਿਹੜੇ ਉਹ ਨਿਊ ਸਾਧਨ ਜਿਹੜੇ ਉਹ ਵਰਤ ਰਿਹਾ ਮਨੁੱਖ, ਇਹਨਾਂ ਨੂੰ ਇਹ ਨੋਨ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ ਕਹਿ ਦਿੰਦੇ ਆ, ਨਵੇਂ ਸਾਧਨ ਕਹਿ ਦਿੰਦੇ ਆ, ਜਿਹੜੇ ਕਿ ਪਹਿਲਾਂ ਵਾਲਿਆਂ ਨਾਲੋਂ ਸਸਤੇ ਵੀ ਹੈਗੇ ਆ, ਨਵੇਂ ਵੀ ਹੈਗੇ ਆ, ਅਤੇ ਯੂਜ਼ ਹੋਣ ਤੋਂ ਬਾਅਦ ਦੁਬਾਰਾ ਵੀ ਪੈਦਾ ਹੋ ਸਕਦੇ ਆ, ਅਤੇ ਇਹਨਾਂ ਦੇ ਨਾਲ ਕੋਈ ਪੋਲਿਊਸ਼ਨ ਨਹੀਂ ਹੁੰਦਾ, ਠੀਕ ਹੈ, ਕੋਈ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ। ਅਤੇ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਆ ਜਾਂਦੇ ਆ? ਸੋਲਰ ਐਨਰਜੀ, ਵਿੰਡ ਐਨਰਜੀ, ਸੀ ਵੇਵਸ, ਟਾਈਡਲ ਐਨਰਜੀ, ਜਿਓਥਰਮਲ ਐਨਰਜੀ, ਕਾਊਡੰਗ ਗੈਸ ਐਨਰਜੀ, ਜਾਂ ਅਦਰ ਵੇਸਟ ਮਟੀਰੀਅਲ ਤੋਂ ਗੈਸ ਦੇ ਰੂਪ ਦੇ ਵਿੱਚ ਜਿਹੜੀ ਸ਼ਕਤੀ ਮਿਲਦੀ ਆ ਉਹ, ਠੀਕ ਹੈ। ਸੋ ਹੁਣ ਤੁਸੀਂ ਇਹਦੇ 'ਚ ਦੋ ਤਰ੍ਹਾਂ ਦੇ ਸਾਧਨ ਦੇਖ ਲਏ, ਦੋ ਤਰ੍ਹਾਂ ਦੇ ਊਰਜਾ ਦੇ ਸਾਧਨ। ਇੱਕ ਤਾਂ ਦੇਖ ਲਏ ਰਵਾਇਤੀ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ, ਅਤੇ ਦੂਸਰੇ ਪਾਸੇ ਨਵੇਂ ਸਾਧਨ, ਠੀਕ ਹੈ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨੋਨ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ। ਹੁਣ ਜੇ ਕੋਈ ਤੁਹਾਨੂੰ ਪੁੱਛੇ ਕਿ ਜਿਹੜੇ ਐਨਰਜੀ ਰਿਸੋਰਸਿਸ ਆ ਵੀ ਉਹ ਕਿਹੜੇ-ਕਿਹੜੇ ਹੁੰਦੇ ਆ, ਤਾਂ ਤੁਸੀਂ ਕੀ ਕਹਿ ਸਕਦੇ ਆ ਕਿ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਰਵਾਇਤੀ, ਜਿਹਦੀਆਂ ਐਗਜ਼ਾਮਪਲਸ ਕਿਹੜੀਆਂ ਹੈਗੀਆਂ? ਕੋਲਾ, ਤੇਲ, ਕੁਦਰਤੀ ਗੈਸ ਜਾਂ ਬਿਜਲੀ, ਠੀਕ ਹੈ। ਅਤੇ ਦੂਸਰੇ ਪਾਸੇ ਜਿਹੜੇ ਨਵੇਂ ਸਾਧਨ ਆ ਗਏ ਉਹਨਾਂ 'ਚ ਕਿਹੜੇ-ਕਿਹੜੇ ਆ ਗਏ? ਸੋਲਰ ਐਨਰਜੀ, ਠੀਕ ਹੈ, ਸੂਰਜੀ ਸ਼ਕਤੀ, ਪੌਣ ਸ਼ਕਤੀ, ਸਮੁੰਦਰੀ ਲਹਿਰਾਂ, ਜਵਾਰ ਭਾਟਾ ਸ਼ਕਤੀ, ਧਰਤੀ ਹੇਠਲੀ ਤਾਪ ਊਰਜਾ, ਗੋਬਰ ਗੈਸ ਊਰਜਾ, ਅਤੇ ਹੋਰ ਬੇਅਰਥ ਪਦਾਰਥਾਂ ਤੋਂ ਗੈਸਾਂ ਦੇ ਰੂਪ ਦੇ ਵਿੱਚ ਪ੍ਰਾਪਤ ਹੋਈ ਸ਼ਕਤੀ। ਸੋ ਇਹ ਕੀ ਹੁੰਦੀ ਆ? ਐਨਰਜੀ ਰਿਸੋਰਸਿਸ, ਠੀਕ ਹੈ। ਕਲੀਅਰ ਹੋ ਗਿਆ ਹੁਣ ਤੁਹਾਨੂੰ ਸਾਰਿਆਂ ਨੂੰ ਕਿ ਐਨਰਜੀ ਰਿਸੋਰਸਿਸ ਕਿਹੜੇ ਹੁੰਦੇ ਆ, ਠੀਕ ਹੈ, ਓਕੇ। ਹਾਂਜੀ, ਕੁਐਸਚਨ ਨੰਬਰ 2 ਹਰਦੀਪ ਸਿੰਘ ਨੇ ਜ਼ਮੀਨ ਦੀ ਖੁਦਾਈ ਕੀਤੀ ਹੈ, ਉਸ ਦੇ ਵਿੱਚ ਉਹਨੂੰ ਕੱਚਾ ਲੋਹਾ ਅਤੇ ਤਾਂਬਾ ਮਿਲਿਆ, ਠੀਕ ਹੈ। ਇਹਨਾਂ ਪਦਾਰਥਾਂ ਨੂੰ ਕੀ ਕਿਹਾ ਜਾਂਦਾ ਹੈ, ਠੀਕ ਹੈ। ਹਾਂਜੀ, ਹੁਣ ਕੋਈ ਵਿਅਕਤੀ ਆ ਹਰਦੀਪ ਸਿੰਘ, ਉਹਨੇ ਖੁਦਾਈ ਦੇ ਵਿੱਚੋਂ ਕੀ ਪ੍ਰਾਪਤ ਕੀਤਾ? ਕੱਚਾ ਲੋਹਾ ਅਤੇ ਤਾਂਬਾ। ਇਹਨਾਂ ਪਦਾਰਥਾਂ ਨੂੰ ਆਪਾਂ ਕੀ ਕਹਿੰਦੇ ਆ? ਆਪਸ਼ਨਸ ਦੇ ਵਿੱਚ ਦੇਖੋ ਕੀ ਆ ਸਕਦਾ ਆਨਸਰ? ਨੰਬਰ 1 ਖਣਿਜ ਪਦਾਰਥ, ਹੈ ਨਾ।
ਤੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਨੇ, ਖਣਿਜ ਪਦਾਰਥ। ਹੁਣ ਖਣਿਜ ਪਦਾਰਥ ਹੁੰਦੇ ਕੀ ਹੈਗੇ ਆ ਜੀ? ਖਣਿਜ ਪਦਾਰਥ ਕੀ ਹੁੰਦੇ ਆ? ਉਹ ਕੁਦਰਤੀ ਪਦਾਰਥ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਆ। ਠੀਕ ਹੈ, ਕਿੱਥੋਂ ਨਿਕਲਦੇ ਆ? ਇਹ ਧਰਤੀ ਦੇ ਵਿੱਚੋਂ ਨਿਕਲਦੇ ਆ। ਇਹਨਾਂ ਦੀ ਇੱਕ ਖਾਸ ਰਸਾਇਣਿਕ ਬਣਤਰ ਹੁੰਦੀ ਹੈ। ਇਹ ਆਪਣੇ ਭੌਤਿਕ ਜਾਂ ਰਸਾਇਣਿਕ ਗੁਣਾਂ ਕਰਕੇ ਪਛਾਣੇ ਜਾਂਦੇ ਹਨ। ਹੁਣ ਜੇ ਕੋਈ ਪੁੱਛਦਾ ਕਿ ਖਣਿਜ ਪਦਾਰਥ ਕੀ ਹੁੰਦੇ, ਤਾਂ ਤੁਸੀਂ ਦੱਸੋਗੇ ਵੀ ਉਹ ਕੁਦਰਤੀ ਪਦਾਰਥ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਆ, ਜਿਹੜੇ ਕਿ ਧਰਤੀ ਦੇ ਵਿੱਚੋਂ ਨਿਕਲਦੇ ਆ। ਠੀਕ ਹੈ, ਇਹਨਾਂ ਦੀ ਇੱਕ ਖਾਸ ਰਸਾਇਣਿਕ ਬਣਤਰ ਹੁੰਦੀ ਆ। ਠੀਕ ਹੈ, ਤੇ ਇਹਨਾਂ ਨੂੰ ਆਪਾਂ ਹੇਠ ਲਿਖੀਆਂ ਕੁਝ ਸ਼੍ਰੇਣੀਆਂ ਦੇ ਵਿੱਚ ਵੰਡ ਸਕਦੇ ਹਾਂ ਖਣਿਜ ਪਦਾਰਥਾਂ ਨੂੰ। ਪਹਿਲਾਂ ਆ ਗਏ ਮੈਟੈਲਿਕ ਮਿਨਰਲਸ, ਫਿਰ ਆ ਗਏ ਨੌਨ ਮੈਟੈਲਿਕ, ਫਿਰ ਆ ਗਏ ਐਟੋਮਿਕ ਮਿਨਰਲਸ। ਠੀਕ ਹੈ, ਕਲੀਅਰ ਹੋਇਆ? ਤੇ ਉਸ ਤੋਂ ਬਾਅਦ ਅੱਗੇ ਇਹਨਾਂ ਦੀਆਂ ਸਬ ਕੈਟੇਗਰੀਜ਼ ਹੈਗੀਆਂ ਮੈਟੈਲਿਕ ਮਿਨਰਲਸ ਦੀਆਂ, ਫੈਰਸ ਮੈਟੈਲਿਕ ਮਿਨਰਲਸ ਤੇ ਨੌਨ ਫੈਰਸ ਮੈਟੈਲਿਕ ਮਿਨਰਲਸ। ਠੀਕ ਹੈ, ਪਹਿਲਾਂ ਧਾਤੂ ਖਣਿਜ ਪਦਾਰਥ, ਤੇ ਫਿਰ ਅਧਾਤੂ ਖਣਿਜ ਪਦਾਰਥ ਤੇ ਪਰਮਾਣੂ ਖਣਿਜ ਪਦਾਰਥ। ਇਹ ਤਿੰਨ ਕੈਟੇਗਰੀਜ਼ ਹੋ ਗਈਆਂ। ਜਿਹੜੇ ਧਾਤੂ ਖਣਿਜ ਪਦਾਰਥ ਆ, ਇਹਨਾਂ ਦੀਆਂ ਅੱਗੇ ਦੋ ਕੈਟੇਗਰੀਜ਼ ਆ ਜਾਂਦੀਆਂ। ਠੀਕ ਹੈ, ਇੱਕ ਲੋਹ ਧਾਤੂ ਜਿਨ੍ਹਾਂ ਦੇ ਵਿੱਚ ਲੋਹਾ ਹੁੰਦਾ, ਤੇ ਇੱਕ ਲੋਹੇ ਤੋਂ ਬਿਨਾਂ। ਤੇ ਲੋਹਾ ਜਿਹਦੇ 'ਚ ਹੁੰਦਾ ਉਹ ਕਿਹੜੇ ਕਿਹੜੇ ਹੈਗੇ? ਕੱਚਾ ਲੋਹਾ, ਮੈਗਨੀਜ਼, ਕ੍ਰੋਮਾਈਟ, ਨਿਕਲ, ਕੋਬਾਲਟ, ਟੰਗਸਟਨ। ਤੇ ਲੋਹੇ ਤੋਂ ਬਿਨਾਂ ਕਿਹੜੇ ਹੈਗੇ? ਸੋਨਾ, ਚਾਂਦੀ, ਤਾਂਬਾ, ਸਿੱਕਾ, ਬਾਕਸਾਈਟ, ਟਿਨ, ਮੈਗਨੀਜ਼ ਆਦਿ। ਠੀਕ ਹੈ, ਤੇ ਅਧਾਤੂ ਖਣਿਜ ਪਦਾਰਥ ਕਿਹੜੇ ਹੋਏ? ਅਬਰਕ, ਚੂਨੇ ਦਾ ਪੱਥਰ, ਡੋਲੋਮਾਈਟ, ਹੀਰਾ, ਜਿਪਸਮ ਆਦਿ। ਤੇ ਪਰਮਾਣੂ ਖਣਿਜ ਪਦਾਰਥ ਯੂਰੇਨੀਅਮ, ਥੋਰੀਅਮ, ਬੈਰੀਅਮ ਤੇ ਲਿਥੀਅਮ। ਇਹ ਸਾਰੀਆਂ ਇਹਨਾਂ ਦੀਆਂ ਕੈਟੇਗਰੀਜ਼ ਆ ਗਈਆਂ ਅਲੱਗ-ਅਲੱਗ। ਠੀਕ ਹੈ, ਸੋ ਖਣਿਜ ਪਦਾਰਥਾਂ ਨੂੰ ਜਦੋਂ ਡਿਸਕ੍ਰਾਈਬ ਕਰਨਾ, ਡਿਫਾਈਨ ਕਰਨਾ, ਤਾਂ ਤੁਸੀਂ ਕਹਿਣਾ ਕਿ ਜਿਹੜੇ ਪਦਾਰਥ ਕੁਦਰਤੀ ਪਦਾਰਥ ਜਿਹੜੇ ਧਰਤੀ ਦੇ ਵਿੱਚੋਂ ਨਿਕਲਦੇ ਆ, ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਆ। ਠੀਕ ਹੈ, ਜਿਨ੍ਹਾਂ ਦੀ ਇੱਕ ਅਲੱਗ ਰਸਾਇਣਿਕ ਬਣਤਰ ਹੁੰਦੀ ਆ। ਠੀਕ ਹੈ, ਤੇ ਇਹਨਾਂ ਦੀਆਂ ਕੈਟੇਗਰੀਜ਼ ਆ ਗਈਆਂ, ਪਹਿਲਾਂ ਮੇਨ ਆ ਗਈਆਂ ਤਿੰਨ, ਧਾਤੂ, ਅਧਾਤੂ ਤੇ ਪਰਮਾਣੂ। ਠੀਕ ਹੈ, ਧਾਤੂ ਖਣਿਜ ਪਦਾਰਥ, ਅਧਾਤੂ ਖਣਿਜ ਪਦਾਰਥ ਤੇ ਪਰਮਾਣੂ। ਉਸ ਤੋਂ ਬਾਅਦ ਧਾਤੂ ਦੀਆਂ ਅੱਗੇ ਫਿਰ ਦੋ ਆ ਗਈਆਂ, ਹੈ ਨਾ, ਜਿਹਦੇ 'ਚ ਲੋਹਾ ਹੁੰਦਾ, ਲੋਹ ਧਾਤੂ ਖਣਿਜ ਪਦਾਰਥ 'ਚ ਜਿਨ੍ਹਾਂ 'ਚ ਲੋਹਾ ਨਹੀਂ ਹੁੰਦਾ, ਲੋਹੇ ਤੋਂ ਬਿਨਾਂ। ਠੀਕ ਹੈ, ਸੋ ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ, ਹਰੇਕ ਦੀਆਂ ਐਗਜ਼ਾਮਪਲਸ ਵੀ ਯਾਦ ਕਰ ਲੈਣੇ ਆ। ਠੀਕ ਹੈ, ਹਾਂਜੀ, ਨੈਕਸਟ ਕੁਐਸਚਨ ਹੈਗਾ ਕੁਐਸਚਨ ਨੰਬਰ 3। ਸਾਡੇ ਦੇਸ਼ ਦੇ ਪਹਾੜੀ ਖੇਤਰਾਂ ਵਿੱਚ ਬਹੁਤ ਸਾਰੀਆਂ ਨਦੀਆਂ ਹਨ ਜਿਨ੍ਹਾਂ ਦੇ ਉੱਪਰ ਡੈਮ ਬਣਾਏ ਜਾ ਸਕਦੇ ਹਨ, ਪਰੰਤੂ ਹਾਲੇ ਤੱਕ ਨਹੀਂ ਬਣਾਏ ਗਏ। ਦੱਸੋ ਇਹ ਨਦੀਆਂ ਕਿਹੜੇ ਸਾਧਨ ਹਨ? ਠੀਕ ਹੈ, ਹੁਣ ਪਹਾੜੀ ਖੇਤਰਾਂ 'ਚ ਨਦੀਆਂ ਆ। ਠੀਕ ਹੈ, ਜਿਹੜੀਆਂ ਨਦੀਆਂ ਆਲਰੇਡੀ ਹੈਗੀਆਂ ਉਹਨਾਂ 'ਚ ਡੈਮ ਵੀ ਬਣ ਸਕਦੇ ਆ, ਪਰ ਅਜੇ ਤੱਕ ਨਹੀਂ ਬਣਾਏ ਗਏ। ਤਾਂ ਫਿਰ ਇਹ ਜਿਹੜੀਆਂ ਨਦੀਆਂ, ਇਹ ਕਿਸ ਤਰ੍ਹਾਂ ਦੇ ਸਾਧਨ ਹੋਏ? ਸੰਭਾਵਿਤ ਸਾਧਨ। ਸੰਭਾਵਿਤ ਸਾਧਨ ਕਿਹੜੇ ਹੁੰਦੇ ਆ? ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਉਹਨਾਂ ਨੂੰ ਸੰਭਾਵਿਤ ਸਾਧਨ ਕਿਹਾ ਜਾਂਦਾ ਹੈ। ਪੋਟੈਂਸ਼ੀਅਲ ਰਿਸੋਰਸਿਸ, ਹੈ ਨਾ। ਪਹਾੜਾਂ ਤੋਂ ਉਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਇੱਕ ਸੰਭਾਵਿਤ ਸਾਧਨ ਹਨ। ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਪਾਣੀ ਇੱਕ ਵਿਕਸਿਤ ਸਾਧਨ ਬਣ ਜਾਂਦਾ ਹੈ। ਠੀਕ ਹੈ, ਹੁਣ ਆਪਣਾ ਮੇਨਲੀ ਆਪਾਂ ਇਹ 'ਚੋਂ ਕੀ ਦੇਖਣਾ ਸੀ ਕਿ ਸੰਭਾਵਿਤ ਸਾਧਨ ਕਿਹੜੇ ਹੁੰਦੇ ਆ। ਠੀਕ ਹੈ, ਇਹਦਾ ਮਤਲਬ ਸੰਭਾਵਿਤ ਸਾਧਨ ਅਜਿਹੇ ਸਾਧਨ ਜਿਹੜੇ ਕਿ ਮੌਜੂਦ ਤਾਂ ਹੈ ਪਰ ਅਜੇ ਆਪਾਂ ਉਹਨਾਂ ਦੀ ਵਰਤੋਂ ਨਹੀਂ ਕੀਤੀ। ਠੀਕ ਹੈ, ਉਹਨਾਂ ਨੂੰ ਆਪਾਂ ਪੋਟੈਂਸ਼ੀਅਲ ਰਿਸੋਰਸਿਸ ਜਾਂ ਸੰਭਾਵਿਤ ਸਾਧਨ ਕਹਿੰਦੇ ਹਾਂ। ਕਲੀਅਰ ਹੋ ਗਿਆ? ਤੇ ਜਦੋਂ ਆਪਾਂ ਉਹਨਾਂ ਸਾਧਨਾਂ ਨੂੰ, ਸੰਭਾਵਿਤ ਸਾਧਨਾਂ ਨੂੰ ਯੂਜ਼ ਕਰ ਲੈਂਦੇ, ਯੂਟੀਲਾਈਜ਼ ਕਰ ਲੈਂਦੇ ਹਾਂ, ਵਰਤ ਲੈਂਦੇ ਹਾਂ, ਤਾਂ ਫਿਰ ਉਹ ਕਾਹਦੇ 'ਚ ਬਦਲ ਜਾਂਦੇ ਆ? ਡਿਵੈਲਪਡ ਰਿਸੋਰਸਿਸ ਦੇ ਵਿੱਚ, ਹੈ ਨਾ, ਵਿਕਸਿਤ ਸਾਧਨਾਂ ਦੇ ਵਿੱਚ ਫਿਰ ਬਦਲ ਜਾਂਦੇ ਆ ਉਹ ਜਿਹੜੇ ਪਹਿਲਾਂ ਪੋਟੈਂਸ਼ੀਅਲ ਰਿਸੋਰਸਿਸ ਹੁੰਦੇ ਆ। ਕਲੀਅਰ ਹੋ ਗਿਆ? ਉਹ ਸਾਧਨ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਸੰਸਾਰ ਦੇ ਲਗਭਗ 85% ਭੋਜਨ ਪਦਾਰਥ ਇਹਨਾਂ ਵਸਤਾਂ 'ਤੇ ਆਧਾਰਿਤ ਹਨ। ਡੈਸ਼ ਅਖਵਾਉਂਦੇ ਹਨ। ਹਾਂਜੀ, ਹੁਣ ਇਹ ਦੱਸਣਾ ਤੁਸੀਂ ਕਿ ਜਿਹੜੇ ਸਾਧਨ ਜਾਨਦਾਰ ਵਸਤੂਆਂ ਤੋਂ ਪੈਦਾ ਹੁੰਦੇ ਆ, ਜਿਨ੍ਹਾਂ 'ਚ ਜਾਨ ਹੁੰਦੀ ਆ। ਠੀਕ ਹੈ, ਅਤੇ 85% ਭੋਜਨ ਪਦਾਰਥ ਇਹਨਾਂ ਦੇ ਉੱਪਰ ਹੀ ਡਿਪੈਂਡ ਕਰਦੇ ਆ। ਅਤੇ ਆਪਾਂ ਉਹਨਾਂ ਨੂੰ ਕਿਹੜੇ ਸਾਧਨ ਕਹਾਂਗੇ ਫਿਰ? ਨੰਬਰ 1 ਜੀਵ ਸਾਧਨ। ਠੀਕ ਹੈ, ਹਾਂਜੀ, ਜੀਵ ਸਾਧਨ ਉਹ ਮੁੱਢਲੇ ਸਾਧਨ ਹਨ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ ਅਤੇ ਸੰਸਾਰ ਦੇ ਲਗਭਗ 85% ਭੋਜਨ ਪਦਾਰਥ ਇਹਨਾਂ ਵਸਤਾਂ 'ਤੇ ਨਿਰਭਰ ਕਰਦੇ ਹਨ। ਇਹ ਕਿਹੜੇ ਕਿਹੜੇ ਹੁੰਦੇ ਆ? ਜੀਵ ਜੰਤੂ ਅਤੇ ਪੌਦੇ ਜੀਵ ਸਾਧਨ ਅਖਵਾਉਂਦੇ ਹਨ। ਠੀਕ ਹੈ, ਜੀਵ ਸਾਧਨਾਂ 'ਚ ਕਿਹੜੇ ਕਿਹੜੇ ਆ ਜਾਂਦੇ ਆ?
जीव जंतु ते पौधे, ठीक है, ये जीव साधन हुंदे आ। ये साधन साडे उद्योगां वास्ते कच्चा माल प्रदान करते हैं। कोला अते तेल पदार्थ भी जीव साधनां दी श्रेणी दे विच शामिल किए जाते हैं, क्योंकि ये भी पौधों अते जीवां तो पैदा होए हैं, ठीक है। सो जीव साधन किहड़े होए, जिहड़े जीव जंतु अते पौधों तो प्राप्त होंदे आ, ठीक है, जिहड़े साडे उद्योगां लई कच्चा माल प्रदान करते हैं, ठीक है। कोला ते तेल भी इसी कैटेगरी च आ जाते हैं, क्योंकि ये भी कित्थों प्राप्त होंदे आ, पौधों ते जीवां तो, ठीक है। नैक्सट क्वेश्चन नंबर 5, ਉਹ ਪਦਾਰਥ ਜੋ ਧਰਤੀ ਵਿੱਚੋਂ ਨਿਕਲਦੇ ਹਨ ਅਤੇ ਕਿਸੇ ਦੇਸ਼ ਦਾ ਸਰਮਾਇਆ ਹੁੰਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ? ਹਾਂਜੀ, ਹੁਣ ਜਿਹੜੇ ਪਦਾਰਥ ਧਰਤੀ ਦੇ ਵਿੱਚੋਂ ਨਿਕਲਦੇ ਆ ਤੇ ਜਿਨ੍ਹਾਂ ਦੇ ਉੱਪਰ ਦੇਸ਼ ਦੀ ਡਿਵੈਲਪਮੈਂਟ ਜਿਹੜੀ ਆ ਉਹ ਡਿਪੈਂਡ ਕਰਦੀ ਆ, ਆਪਾਂ ਉਹਨਾਂ ਨੂੰ ਕੀ ਕਹਿ ਦਿੰਦੇ ਆ, ਠੀਕ ਹੈ। ਧਰਤੀ ਵਿੱਚੋਂ ਕਿਹੜੇ ਨਿਕਲਦੇ ਆ? ਖਣਿਜ ਪਦਾਰਥ। ਇਹਦੇ ਬਾਰੇ ਆਪਾਂ ਆਲਰੇਡੀ ਉੱਪਰ ਦੇਖ ਚੁੱਕੇ ਹਾਂ। ਕੁਐਸਚਨ ਨੰਬਰ 6, ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਉਹ ਕੁਦਰਤ ਦੁਆਰਾ ਹੀ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਮਨੁੱਖ ਲਈ ਬੜੇ ਅਰਥਵਾਨ ਪਦਾਰਥ ਹੁੰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ, ਜਿਨ੍ਹਾਂ ਦੇ ਦੁਆਰਾ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਆ, ਕੁਦਰਤ ਉਹਨਾਂ ਨੂੰ ਪ੍ਰਦਾਨ ਕਰਦੀ ਆ ਅਤੇ ਜਿਹੜੇ ਕਿ ਮਨੁੱਖ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ? ਕੁਦਰਤੀ ਸਾਧਨ, ਠੀਕ ਹੈ, ਜਿਹੜੇ ਕਿ ਕੁਦਰਤ ਦੇ ਦੁਆਰਾ ਸਾਨੂੰ ਮਿਲਦੇ ਆ। ਹਾਂਜੀ, ਇਹਦਾ ਆਪਾਂ ਇੱਥੋਂ ਦੇਖ ਲਓ, ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸਾਧਨ, ਠੀਕ ਹੈ। ਸਾਧਨਾਂ ਦੇ ਵਿੱਚ ਦੋਨੇ ਤਰ੍ਹਾਂ ਦੇ ਆ ਜਾਂਦੇ, ਜਿਹੜੇ ਕੁਦਰਤ ਦਿੰਦੀ ਉਹ ਵੀ ਅਤੇ ਜਿਹੜਾ ਮਨੁੱਖ ਨੇ ਆਪ ਬਣਾਏ ਹੁੰਦੇ ਆ ਉਹ ਵੀ, ਠੀਕ ਹੈ। ਅਤੇ ਇਹ ਸਾਧਨ ਮਨੁੱਖ ਦੇ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਦੇ ਹਨ। ਦੂਜੇ ਸ਼ਬਦਾਂ ਵਿੱਚ ਸਾਧਨ ਉਹ ਕੁਦਰਤੀ ਤੋਹਫੇ ਹਨ ਜੋ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਹੱਤਵ ਰੱਖਦੇ ਹਨ। ਸਮਝ ਆ ਗਈ? ਹੁਣ ਸਾਧਨ ਕੀ ਆ? ਅਜਿਹੇ ਕੁਦਰਤੀ ਤੋਹਫੇ ਜੋ ਮਨੁੱਖ ਦੇ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਹੱਤਵ ਰੱਖਦੇ ਆ ਅਤੇ ਉਹਦੇ ਉਦੇਸ਼ਾਂ ਦੀ ਪੂਰਤੀ ਕਰਦੇ ਆ, ਠੀਕ ਹੈ। ਅਤੇ ਸਾਧਨ ਕਿਸ ਤਰ੍ਹਾਂ ਦੇ ਹੋ ਸਕਦੇ ਆ? ਕੁਦਰਤੀ ਵੀ ਹੋ ਸਕਦੇ ਅਤੇ ਗੈਰ ਕੁਦਰਤੀ ਦੋਨਾਂ ਤਰ੍ਹਾਂ ਦੇ ਹੋ ਸਕਦੇ ਆ। ਕੁਦਰਤੀ ਸਾਧਨ ਕਿਹੜੇ ਕਿਹੜੇ ਹੋ ਗਏ? ਜਿਹੜੇ ਕੁਦਰਤ ਦੇ ਦੁਆਰਾ ਮਨੁੱਖ ਨੂੰ ਦਿੱਤੇ ਜਾਂਦੇ ਆ, ਜਿਵੇਂ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ ਅਤੇ ਸਮੁੰਦਰ, ਠੀਕ ਹੈ। ਇਹ ਐਗਜ਼ਾਮਪਲ ਹੋ ਗਈਆਂ ਕੁਦਰਤੀ ਸਾਧਨਾਂ ਦੀਆਂ। ਕਿਹੜੀਆਂ ਕਿਹੜੀਆਂ? ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ, ਠੀਕ ਹੈ। ਅਤੇ ਗੈਰ ਕੁਦਰਤੀ ਕਿਹੜੇ ਆ ਗਏ? ਜਿਹੜੇ ਮਨੁੱਖ ਦੇ ਦੁਆਰਾ ਪੈਦਾ ਕੀਤੇ ਸਾਧਨ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਆਪਾਂ ਗੈਰ ਕੁਦਰਤੀ ਕਹਿ ਦਿੰਦੇ ਹਾਂ ਜਾਂ ਮੈਨ ਮੇਡ ਕਹਿ ਦਿੰਦੇ ਹਾਂ, ਹੈ ਨਾ। ਸਾਧਨ ਹੈਗੇ ਇਹ ਮਸ਼ੀਨਰੀ, ਆਵਾਜਾਈ, ਢਾਂਚਾ, ਬਨਾਵਟੀ ਖਾਦਾਂ ਅਤੇ ਮਨੁੱਖੀ ਸਾਧਨ, ਠੀਕ ਹੈ। ਇਹ ਸਾਰੇ ਆ ਜਾਂਦੇ ਗੈਰ ਕੁਦਰਤੀ ਸਾਧਨਾਂ ਦੇ ਵਿੱਚ। ਇਹ ਸਾਰੇ ਭੌਤਿਕ ਜਾਂ ਅਭੌਤਿਕ ਹੋ ਸਕਦੇ ਆ। ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਮਨੁੱਖੀ ਸਾਧਨ, ਠੀਕ ਹੈ। ਮਨੁੱਖੀ ਸਾਧਨ ਮਤਲਬ ਕਿਸੇ ਵੀ ਦੇਸ਼ ਦੀ ਜਿਹੜੀ ਤਰੱਕੀ ਹੈਗੀ ਆ ਉਹ ਉੱਥੋਂ ਦੇ ਹਿਊਮਨ ਰਿਸੋਰਸਿਸ ਦੇ ਉੱਪਰ ਹੀ ਨਿਰਭਰ ਕਰਦੀ ਆ। ਜਿੰਨਾ ਜ਼ਿਆਦਾ ਮਨੁੱਖ ਦੇ ਕੋਲ ਉੱਥੋਂ ਦੇ ਕੋਲ ਗਿਆਨ ਹੋਏਗਾ, ਠੀਕ ਹੈ, ਕਿਸੇ ਕੰਮ ਨੂੰ ਕਰਨ ਦੀ ਕੁਸ਼ਲਤਾ ਹੋਏਗੀ, ਓਨਾ ਹੀ ਉਹ ਦੇਸ਼ ਤਰੱਕੀ ਕਰਦਾ, ਠੀਕ ਹੈ। ਸੋ ਕਲੀਅਰ ਹੋ ਗਏ ਸਾਧਨ ਕੀ ਹੁੰਦੇ ਆ? ਇਹ 'ਚੋਂ ਤੁਹਾਨੂੰ 2-3 ਕੁਐਸਚਨ ਬਣ ਗਏ। ਇੱਕ ਤਾਂ ਸਾਧਨ ਦੀ ਡੈਫੀਨੇਸ਼ਨ, ਠੀਕ ਹੈ, ਕਿ ਜਿਹੜੇ ਮਨੁੱਖ ਦੀ ਕਿਸੇ ਵੀ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਦੇ ਆ ਅਤੇ ਇਹ ਕੁਦਰਤੀ ਤੋਹਫੇ ਹੁੰਦੇ ਆ ਜਿਹੜੇ ਮਨੁੱਖ ਲਈ ਕਿਸੇ ਨਾ ਕਿਸੇ ਰੂਪ 'ਚ ਮਹੱਤਵ ਰੱਖਦੇ ਆ। ਦੂਸਰਾ ਕੁਐਸਚਨ ਇਹ 'ਚ ਆ ਗਿਆ ਇਹਦੀਆਂ ਟਾਈਪਸ, ਵੀ ਇਹ ਕਿਹੜੇ ਕਿਹੜੇ ਦੋ ਤਰ੍ਹਾਂ ਦੇ ਹੁੰਦੇ, ਕੁਦਰਤੀ ਅਤੇ ਗੈਰ ਕੁਦਰਤੀ। ਫਿਰ ਤੁਸੀਂ ਇਹਨੂੰ ਡਿਸਕ੍ਰਾਈਬ ਵੀ ਕਰ ਸਕਦੇ ਆ, ਕੁਦਰਤੀ ਸਾਧਨ ਕਿਹੜੇ ਹੁੰਦੇ ਆ ਅਤੇ ਗੈਰ ਕੁਦਰਤੀ ਕਿਹੜੇ ਹੁੰਦੇ ਆ। ਫਿਰ ਇਹਨਾਂ ਦੀਆਂ ਐਗਜ਼ਾਮਪਲ ਵੀ ਨਾਲ ਲਿਖ ਸਕਦੇ ਆ, ਠੀਕ ਹੈ। ਹਾਂਜੀ, ਨੈਕਸਟ ਕੁਐਸਚਨ ਹੈਗਾ ਕੁਐਸਚਨ ਨੰਬਰ 7, ਮਨੁੱਖ ਦੀਆਂ ਬਹੁਤ ਲੋੜਾਂ ਹਨ ਜਿਵੇਂ ਕਿ ਖਾਣਾ ਪੀਣਾ, ਸੁੰਦਰ ਘਰ, ਆਰਾਮ ਆਦਿ। ਮਨੁੱਖ ਇਹਨਾਂ ਲੋੜਾਂ ਦੀ ਪੂਰਤੀ ਲਈ ਜਿਹੜੇ ਪਦਾਰਥਾਂ ਦੇ ਨਾਲ ਕਰਦੇ ਆ ਆਪਣੀ ਪੂਰਤੀ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ? ਆਪਾਂ ਹੁਣੇ ਪੜ੍ਹ ਕੇ ਆਏ ਸੀ ਉੱਪਰ, ਕੀ ਹੁੰਦੇ ਆ ਇਹ? ਸਾਧਨ। ਕਿ ਅਜਿਹੇ ਅਰਥਵਾਨ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਆ ਉਹਨਾਂ ਨੂੰ ਆਪਾਂ ਸਾਧਨ ਕਹਿ ਦਿੰਦੇ ਆ, ਹੈ ਨਾ। ਪੜ੍ਹ ਕੇ ਆਏ ਸੀ ਨਾ ਹੁਣੇ ਆਪਾਂ ਇਹ। ਚਲੋ ਨੈਕਸਟ ਦੇਖ ਲਓ, ਕੁਝ ਪਦਾਰਥ ਜਿਵੇਂ ਪੈਟਰੋਲੀਅਮ ਆਦਿ ਇੱਕ ਵਾਰ ਵਰਤਣ 'ਤੇ ਮੁੱਕ ਜਾਂਦੇ ਆ, ਪਰ ਕੁਝ ਪਦਾਰਥ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਕਦੀ ਵੀ ਨਹੀਂ ਖਤਮ ਹੁੰਦੇ। ਅਤੇ ਨਾ ਖਤਮ ਹੋਣ ਵਾਲੇ ਪਦਾਰਥਾਂ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ, ਕੀ ਕਿਹਾ ਜਾਂਦਾ? ਨਾ ਮੁੱਕਣਯੋਗ ਸਾਧਨ। ਜੀ ਹੁਣ ਇਹ ਆ ਗਿਆ ਨਾ ਮੁੱਕਣਯੋਗ ਸਾਧਨ, ਇਨਐਗਜ਼ੌਸਟੀਬਲ ਰਿਸੋਰਸਿਸ। ਅਜਿਹੇ ਸਾਧਨ ਜਿਨ੍ਹਾਂ ਦੀ ਵਰਤੋਂ ਦੇ ਨਾਲ ਨਾਲ ਉਹ ਨਵਿਆਏ ਜਾ ਸਕਦੇ ਹਨ। ਮੀਨਸ ਜਿਸ ਤਰ੍ਹਾਂ ਆਪਾਂ ਉਹਨਾਂ ਨੂੰ ਵਰਤਦੇ ਜਾਂਦੇ ਹਾਂ ਅਤੇ ਨਾਲ ਹੀ ਉਹ ਰਿਨਿਊ ਵੀ ਹੋਈ ਜਾਂਦੇ ਆ, ਨਵੇਂ ਬਣੀ ਜਾਂਦੇ ਆ। ਜਿਵੇਂ ਸੂਰਜ ਦੀ ਰੋਸ਼ਨੀ, ਹਵਾ, ਪਾਣੀ ਜਾਂ ਜੰਗਲਾਂ ਨੂੰ ਅਸੀਂ ਵਰਤ ਰਹੇ ਹਾਂ, ਪਰੰਤੂ ਇਹ ਖਤਮ ਨਹੀਂ ਹੁੰਦੇ
ਤੇ ਇਹ ਨਾਲ ਹੀ ਹੋਰ ਪੈਦਾ ਹੋ ਰਹੇ ਆ ਜਾਂ ਪੈਦਾ ਕੀਤੇ ਜਾ ਰਹੇ ਆ। ਠੀਕ ਹੈ, ਇਹੀ ਸਾਧਨ ਲਗਾਤਾਰ ਜਾਂ ਨਿਰੰਤਰ ਉਪਲਬਧ ਵੀ ਹੋ ਰਹੇ ਆ, ਇਸ ਕਰਕੇ ਇਹਨਾਂ ਨੂੰ ਆਪਾਂ ਨਾ ਮੁੱਕਣਯੋਗ ਸਾਧਨ ਕਹਿ ਦਿੰਦੇ ਆ। ਠੀਕ ਹੈ, ਅਜਿਹੇ ਸਾਧਨ ਜਿਨ੍ਹਾਂ ਦੀ ਵਰਤੋਂ ਦੇ ਨਾਲ ਇਹਨਾਂ ਨੂੰ ਨਵਿਆਇਆ ਜਾ ਸਕਦਾ ਹੈ। ਠੀਕ ਹੈ, एग्जाम्पल सूरज की रोशनी, हवा, पानी ਜਾਂ जंगल। ठीक है, क्लियर हो गया। क्वेश्चन नंबर 9, जंगल ਦੇ ਵਿੱਚ पेड़ पौधे ਅਸੀਂ नहीं उगाਉਂਦੇ, मिट्टी भी ਅਸੀਂ नहीं बनाਉਂਦੇ, ਤਾਂ ਇਹ ਕਿਹੜੇ ਸਾਧਨ ਆ ਜਿਹੜੇ ਆਪਣੇ ਆਪ ਹੀ ਬਣ ਜਾਂਦੇ ਆ। ठीक है, ਸੋ ਇਹਨਾਂ ਸਾਧਨਾਂ ਨੂੰ ਆਪਾਂ ਕੀ ਕਵਾਂਗੇ? ਕੁਦਰਤੀ ਸਾਧਨ। ਕੁਦਰਤੀ ਸਾਧਨ ਆਪਾਂ ਪੜ੍ਹਿਆ ਸੀ ਕਿ ਜਿਹੜੇ ਸਾਧਨ ਆਪਾਂ ਨੂੰ ਕੁਦਰਤ ਦੇ ਵੱਲੋਂ ਮਿਲਦੇ ਆ। ठीक है, उन्होंने आप कुदरती साधन कह देने, कुदरत ही सानू दिंदी आ। ठीक है, नैक्सट क्वेश्चन नंबर 10, ਇਹਦੀਆਂ दो ऑप्शन ਦਿੱਤੀਆਂ ਹੋਈਆਂ। ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹਨ। ਨੈਕਸਟ ਦਿੱਤੀ ਹੋਈ ਹੈ ਸਾਨੂੰ ਸਾਧਨਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। ਠੀਕ ਹੈ, दो ਸਟੇਟਮੈਂਟ ਦਿੱਤੀਆਂ ਹੋਈਆਂ ਤੇ ਨੀਚੇ 4 ਆਪਸ਼ਨਸ ਦਿੱਤੀਆਂ ਹੋਈਆਂ। ਪਹਿਲੀ ਹੈਗੀ ਊੜਾ ਤੇ ਅੜਾ ਸਹੀ ਹਨ, ਦੂਸਰੀ ਹੈਗੀ ਆ ਊੜਾ ਤੇ ਅੜਾ ਗਲਤ ਹਨ, ਤੀਸਰੀ ਹੈਗੀ ਆ ਊੜਾ ਸਹੀ ਹੈ ਤੇ ਅੜਾ ਗਲਤ ਹੈ, ਤੇ चौथा ਊੜਾ ਗਲਤ ਐੜਾ ਸਹੀ ਹੈ। 4 ਆਪਸ਼ਨ ਦਿੱਤੀਆਂ ਹੋਈਆਂ। ਹੁਣ ਆਪਾਂ ਇਹ ਦੇਖਣਾ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਸਹੀ ਆ। ਹੁਣ ਦੇਖੋ ਜਿਹੜੀਆਂ ਦੋਨੋਂ ਸਟੇਟਮੈਂਟ ਦਿੱਤੀਆਂ ਇਹ ਦੋਨੋਂ ਹੀ ਠੀਕ ਆ। ਸੋ ਇਹਦਾ ਆਨਸਰ ਕੀ ਆਏਗਾ? ਊੜਾ ਅਤੇ ਐੜਾ ਸਹੀ ਹਨ। ਠੀਕ ਹੈ, ਕਿ ਸਾਧਨ ਜਿਹੜੇ ਆ ਮਨੁੱਖ ਨੂੰ ਕੁਦਰਤ ਦੀ ਇੱਕ ਬਹੁਤ ਵੱਡੀ ਦੇਣ ਆ ਤੇ ਸਾਨੂੰ ਇਹਨਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। ਠੀਕ ਹੈ, ਸੋ ਇਹ 10 ਕੁਐਸਚਨ ਸੀਗੇ। ਚਾਹੇ ਇਹ ਓਬਜੈਕਟਿਵ ਟਾਈਪ ਕੁਐਸਚਨ ਆ, ਪਰ ਇਹਦੇ ਨਾਲ ਹੀ ਤੁਹਾਡੇ ਹੋਰ ਬਹੁਤ ਸਾਰੇ ਕੁਐਸਚਨਸ ਵੀ ਬਣ ਰਹੇ ਆ, ਜਿਨ੍ਹਾਂ ਦੇ 2 ਮਾਰਕਸ ਵਾਲੇ ਕੁਐਸਚਨ ਵੀ ਬਣ ਰਹੇ ਇਹਦੇ ਵਿੱਚੋਂ ਹੀ, ਜਿਹੜੇ ਆਪਾਂ ਅੱਜ ਡਿਸਕ੍ਰਾਈਬ ਕੀਤੇ ਆ। ਠੀਕ ਹੈ, ਹਾਂਜੀ, ਮੈਨੂੰ ਹੋਪ ਹੈ ਕਿ ਤੁਹਾਨੂੰ ਇਹ ਕੁਐਸਚਨ ਸਮਝ ਆ ਗਏ ਹੋਣੇ ਆ ਚੰਗੀ ਤਰ੍ਹਾਂ। ਇਹ ਸਾਰੀਆਂ ਟਰਮਸ ਕਲੀਅਰ ਹੋ ਗਈਆਂ ਹੋਣਗੀਆਂ ਕਿ ਖਣਿਜ ਪਦਾਰਥ ਕੀ ਹੁੰਦੇ ਆ, ਸੰਭਾਵਿਤ ਸਾਧਨ ਕੀ ਹੁੰਦੇ ਆ, ਜੀਵ ਸਾਧਨ ਕੀ ਹੁੰਦੇ ਆ। ਠੀਕ ਹੈ, ਜਾਂ ਕੁਦਰਤੀ ਸਾਧਨ ਕੀ ਹੁੰਦੇ ਆ, ਸਾਧਨ ਕੀ ਹੁੰਦੇ ਆ, ਨਾ ਮੁੱਕਣਯੋਗ ਸਾਧਨ ਕੀ ਹੁੰਦੇ ਆ। ਠੀਕ ਹੈ, ਇਹ ਸਾਰੀਆਂ ਹੀ ਆਪਾਂ ਜਿਹੜੀਆਂ ਕਨਸੈਪਟਸ ਹੈਗੀਆਂ, ਟਰਮਸ ਹੈਗੀਆਂ, ਇਹਦੇ ਵਿੱਚ ਅੱਜ ਪੜ੍ਹੀਆਂ। ਸੋ ਜੇ ਵੀਡੀਓ ਲੈਸਨ ਤੁਹਾਨੂੰ ਵਧੀਆ ਲੱਗਦੇ ਆ ਤਾਂ ਆਪਣੇ ਦੂਸਰੇ ਫਰੈਂਡਸ ਦੇ ਨਾਲ ਵੀ ਇਹਨਾਂ ਨੂੰ ਸ਼ੇਅਰ ਕਰੋ। ਠੀਕ ਹੈ, ਥੈਂਕ ਯੂ ਸੋ ਮਚ ਸਟੂਡੈਂਟਸ, ਹੈਵ ਅ ਨਾਈਸ ਡੇ।